ਜੀ ਉੱਠਣ ਦੇ ਦਿਨ ਦੀ ਦੁਪਹਿਰ ਦੀ ਆਰਾਧਨਾ ਕਰਨ ਦਾ ਸਮਾਂ ਆ ਗਿਆ ਹੈ। ਅੱਜ ਅਸੀਂ ਜੀ ਉੱਠਣਾ ਅਤੇ ਬਦਲਣਾ ਇਸ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਜਾ ਰਹੇ ਹਾਂ। ਮਸੀਹ ਸਲੀਬ ਉੱਤੇ ਚੜ੍ਹਨ ਦੇ ਬਾਅਦ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇ ਸੀ। ਉਹਨਾਂ ਨੇ 40 ਦਿਨਾਂ ਦੇ ਸਮੇਂ ਵਿੱਚ ਆਪਣੇ ਸਾਰੇ ਚੇਲਿਆਂ ਤੇ ਪ੍ਰਗਟ ਹੋ ਕੇ ਪੂਰੇ ਸੰਸਾਰ ਵਿੱਚ ਆਪਣੇ ਜੀ ਉੱਠਣ ਦੀ ਘੋਸ਼ਣਾ ਕੀਤੀ ਸੀ। ਸਭ ਤੋਂ ਹੈਰਾਨੀਜਨਕ ਦ੍ਰਿਸ਼ ਤਦ ਸੀ ਜਦ ਯੀਸ਼ੂ ਅਚਾਨਕ ਆਪਣੇ ਚੇਲਿਆਂ ਦੇ ਸਾਹਮਣੇ ਉਸੇ ਕਮਰੇ ਵਿੱਚ ਪ੍ਰਗਟ ਹੋਏ ਜਿੱਥੇ ਉਹ ਯਹੂਦੀਆਂ ਦੇ ਡਰ ਦੇ ਮਾਰੇ ਬੰਦ ਬੂਹੇ ਦੇ ਪਿੱਛੇ ਇਕੱਠੇ ਲੁਕੇ ਹੋਏ ਸੀ। ਉਹ ਇਮਾਉਸ ਦੇ ਵੱਲ ਜਾਣ ਵਾਲੇ ਆਪਣੇ ਦੋ ਚੇਲਿਆਂ ਦੇ ਸਾਹਮਣੇ ਵੀ ਪ੍ਰਗਟ ਹੋਏ ਸੀ, ਹਾਲਾਂਕਿ ਉਹਨਾਂ ਨੇ ਉਹਨਾਂ ਨੂੰ ਨਹੀਂ ਪਛਾਣਿਆ ਸੀ। ਜਦ ਅਸੀਂ ਬਾਈਬਲ ਵਿੱਚ ਇਹਨਾਂ ਹੈਰਾਨੀਜਨਕ ਦ੍ਰਿਸ਼ਾਂ ਨੂੰ ਦੇਖਦੇ ਹਾਂ ਜਿੱਥੇ ਪਰਮੇਸ਼ਵਰ ਆਜ਼ਾਦ ਰੂਪ ਨਾਲ ਸਮੇਂ ਅਤੇ ਜਗ੍ਹਾ ਤੋਂ ਪਰੇ ਚੱਲਦੇ ਸੀ, ਅਸੀਂ ਸਾਰਿਆਂ ਨੂੰ ਬਿਨਾਂ ਸ਼ੱਕ ਪਰਮੇਸ਼ਵਰ ਦੇ ਵਾਅਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਬਹੁਤ ਹੀ ਜਲਦੀ ਸਾਡੇ ਸਰੀਰਿਕ ਦੇਹ ਜੋ ਹੁਣ ਤੱਕ ਸੀਮਿਤ ਹੈ ਆਤਮਿਕ ਦੇਹ ਵਿੱਚ ਬਦਲ ਜਾਵੇਗੀ। ਜੀ ਉੱਠਣ ਅਤੇ ਬਦਲਣ ਨੂੰ ਸਮਝਣ ਵਿੱਚ ਸਾਡੀ ਮਦਦ ਕਰਨ ਦੇ ਲਈ ਪਰਮੇਸ਼ਵਰ ਨੇ ਸਾਨੂੰ ਕੁਦਰਤ ਦੇ ਮਾਧਿਅਮ ਨਾਲ ਕਈ ਉਦਾਹਰਨ ਦਿਖਾਏ ਹਨ ਜੋ ਉਹਨਾਂ ਨੇ ਬਣਾਈ ਹੈ। ਆਓ ਅਸੀਂ ਰੋਮੀਓ ਅਧਿਆਇ 1 ਵਚਨ 18 ਦੇਖੀਏ। ਜਿਹੜੇ ਮਨੁੱਖ ਸੱਚਾਈ ਨੂੰ ਕੁਧਰਮ ਨਾਲ ਦਬਾਈ ਰੱਖਦੇ ਹਨ ਉਹਨਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਮੇਸ਼ਵਰ ਦਾ ਕ੍ਰੋਧ ਤਾਂ ਆਕਾਸ਼ੋਂ ਪ੍ਰਗਟ ਹੋਇਆ। ਕਿਉਂ ਜੋ ਪਰਮੇਸ਼ਵਰ ਦੇ ਵਿਖੇ ਜੋ ਕੁਝ ਮਾਲੂਮ ਹੋ ਸਕਦਾ ਹੈ ਸੋ ਉਹਨਾਂ ਵਿੱਚ ਪ੍ਰਕਾਸ਼ ਹੈ, ਇਸ ਲਈ ਜੋ ਪਰਮੇਸ਼ਵਰ ਨੇ ਉਹਨਾਂ ਉੱਤੇ ਉਸ ਨੂੰ ਪ੍ਰਗਟ ਕੀਤਾ। ਕਿਉਂਕਿ ਜਗਤ ਦੇ ਉਤਪਤ ਹੋਣ ਤੋਂ ਉਹਦਾ ਅਣਡਿੱਠਾ ਸੁਭਾਅ ਅਰਥਾਤ ਉਹਦੀ ਅਨਾਦਿ ਸਮਰਥ ਅਤੇ ਈਸ਼ਵਰਤਾਈ ਉਹਦੀ ਰਚਨਾ ਤੋਂ ਚੰਗੀ ਤਰ੍ਹਾਂ ਦਿਸ ਪੈਂਦੀ ਹੈ। ਆਇਤ 21 ਭਾਵੇਂ ਉਹਨਾਂ ਨੇ ਪਰਮੇਸ਼ਵਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ਵਰ ਦੇ ਜੋਗ ਵਡਿਆਈ ਨਾ ਕੀਤੀ, ਨਾ ਉਹਦਾ ਧੰਨਵਾਦ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਬੁੱਧੀਹੀਣ ਮਨ ਹਨੇਰੇ ਹੋ ਗਏ। ਉਹ ਆਪਣੇ ਆਪ ਨੂੰ ਬੁੱਧੀਵਾਨ ਮੰਨ ਕੇ ਮੂਰਖ ਬਣ ਗਏ ਅਤੇ ਅਵਿਨਾਸ਼ੀ ਪਰਮੇਸ਼ਵਰ ਦੇ ਪ੍ਰਤਾਪ ਨੂੰ ਨਾਸਵਾਨ ਮਨੁੱਖ ਅਤੇ ਪੰਛੀਆਂ ਅਤੇ ਚੁਪਾਇਆਂ ਅਤੇ ਘਿਸਰਨ ਵਾਲੇ ਜੀਵ ਜੰਤੂ ਦੇ ਰੂਪ ਦੀ ਮੂਰਤ ਨਾਲ ਵਟਾ ਦਿੱਤਾ। ਰੋਮੀਓ ਅਧਿਆਇ 1 ਆਇਤ 20 ਵਿੱਚ ਜਿਵੇਂ ਕਿ ਅਸੀਂ ਪੜ੍ਹਿਆ ਹੈ, ਬਾਈਬਲ ਬਿਆਨ ਕਰਦੀ ਹੈ ਕਿ ਪਰਮੇਸ਼ਵਰ ਆਪਣੀ ਇੱਛਾ ਨੂੰ ਸਾਰੀ ਕੁਦਰਤ ਅਤੇ ਸ੍ਰਿਸ਼ਟੀ ਦੇ ਦੁਆਰਾ ਪ੍ਰਗਟ ਕਰਦੇ ਹਨ। ਹੁਣ ਤੋਂ ਆਓ ਅਸੀਂ ਪਰਮੇਸ਼ਵਰ ਦੀ ਧਰਤੀ ਉੱਤੇ ਬਣਾਈ ਗਈ ਸ੍ਰਿਸ਼ਟੀ ਦੇ ਦੁਆਰਾ ਜੀ ਉੱਠਣ ਅਤੇ ਬਦਲਣ ਦੇ ਬਾਰੇ ਬਹੁਤ ਜਾਂਚ ਕਰੀਏ। ਆਓ ਅਯੂਬ ਅਧਿਆਇ 25 ਵਿੱਚ ਪਰਮੇਸ਼ਵਰ ਦੇ ਵਚਨਾਂ ਨੂੰ ਦੇਖੀਏ। ਅਧਿਆਇ 25 ਆਇਤ 4 ਮਨੁੱਖ ਫਿਰ ਪਰਮੇਸ਼ਵਰ ਅੱਗੇ ਕਿਵੇਂ ਧਰਮੀ ਠਹਿਰੂ ਅਤੇ ਤੀਵੀਂ ਦਾ ਜਣਿਆ ਹੋਇਆ ਕਿਵੇਂ ਨਿਰਮਲ ਹੋਊ। ਵੇਖ, ਚੰਦ ਵਿੱਚ ਵੀ ਚਮਕ ਨਹੀਂ ਅਤੇ ਉਹਦੀ ਨਿਗਾਹ ਵਿੱਚ ਤਾਰੇ ਵੀ ਨਿਰਮਲ ਨਹੀਂ। ਮਨੁੱਖ ਦੀ ਤੁਲਨਾ ਕਿਸ ਨਾਲ ਕੀਤੀ ਜਾਂਦੀ ਹੈ? ਕੀੜਾ। ਮਨੁੱਖ ਦੀ ਤੁਲਨਾ ਹੋਰ ਕਿਸ ਨਾਲ ਕੀਤੀ ਜਾਂਦੀ ਹੈ? ਫਿਰ ਮਨੁੱਖ ਕਿੱਥੇ ਜਿਹੜਾ ਕੀੜਾ ਹੀ ਹੈਗਾ ਅਤੇ ਆਦਮੀ ਦਾ ਪੁੱਤਰ ਜਿਹੜਾ ਕਿਰਮ ਹੀ ਹੈਗਾ। ਬਾਈਬਲ ਇਸ ਤਰ੍ਹਾਂ ਕਹਿੰਦੀ ਹੈ, ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਸਾਡੀ ਸਰੀਰਿਕ ਦੇਹ ਜਿਸ ਨੂੰ ਹੁਣ ਅਸੀਂ ਪਾ ਰੱਖਿਆ ਹੈ ਦੀ ਤੁਲਨਾ ਕੀੜਿਆਂ ਅਤੇ ਕਿਰਮਿਆਂ ਨਾਲ ਕੀਤੀ ਜਾਂਦੀ ਹੈ। ਹਾਲਾਂਕਿ ਅਸੀਂ ਬਾਈਬਲ ਵਿੱਚ ਇਸ ਗੱਲ ਦੀ ਸਾਖੀ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਜਦ ਪਰਮੇਸ਼ਵਰ ਆਤਮਿਕ ਦੁਨੀਆ ਤੋਂ ਸਾਨੂੰ ਮਨੁੱਖਾਂ ਨੂੰ ਦੇਖਦੇ ਹਨ ਤਦ ਅਸੀਂ ਕੀੜਿਆਂ ਅਤੇ ਕਿਰਮਿਆਂ ਦੇ ਵਾਂਗ ਬਹੁਤ ਹੀ ਤੁੱਛ ਦੇਖਦੇ ਹਾਂ। ਪਰ ਉਹ ਦਿਨ ਜਦ ਸਾਡਾ ਜੀ ਉੱਠਣਾ ਅਤੇ ਆਤਮਿਕ ਦੇਹ ਵਿੱਚ ਬਦਲਾਵ ਹੋਵੇਗਾ ਨੇੜੇ ਆ ਰਿਹਾ ਹੈ। ਆਓ ਕੁਦਰਤ ਦੇ ਸਿਧਾਂਤ ਦੇ ਮਾਧਿਅਮ ਨਾਲ ਜਿਸ ਨੂੰ ਪਰਮੇਸ਼ਵਰ ਨੇ ਬਣਾਇਆ ਹੈ ਬਦਲਣ ਦੀ ਪ੍ਰਕਿਰਿਆ ਦੀ ਜਾਂਚ ਕਰੀਏ। ਆਓ ਅਸੀਂ ਡਰੈਗਨ ਫਲਾਈ ਦੇ ਬਾਰੇ ਵਿੱਚ ਸੋਚੀਏ। ਤੁਹਾਡੇ ਵਿੱਚੋਂ ਕੁਝ ਲੋਕ ਜਾਣਦੇ ਹੋਣਗੇ ਕਿ ਡਰੈਗਨ ਫਲਾਈ ਜਦ ਉਹ ਲਾਰਵਾ ਹੁੰਦੇ ਹਨ ਤਦ ਪਾਣੀ ਵਿੱਚ ਰਹਿੰਦੇ ਹਨ। ਜਦ ਉਹ ਪਾਣੀ ਵਿੱਚ ਰਹਿੰਦੇ ਹਨ ਉਹ ਆਪਣੇ ਗਲਫੜਿਆਂ ਨਾਲ ਸਾਹ ਲੈਂਦੇ ਹਨ। ਜਦ ਤੱਕ ਉਹ ਵੱਡੇ ਨਹੀਂ ਹੋ ਜਾਂਦੇ ਤਦ ਤੱਕ ਉਹ ਜਲ ਕੀੜਿਆਂ ਦੇ ਰੂਪ ਵਿੱਚ ਪਾਣੀ ਵਿੱਚ ਰਹਿੰਦੇ ਹਨ। ਇਸ ਅਵਸਥਾ ਵਿੱਚ ਉਹਨਾਂ ਨੂੰ ਲਾਰਵਾ ਕਿਹਾ ਜਾਂਦਾ ਹੈ। ਜੀਵਨ ਦੀ ਅਵਸਥਾ ਦੇ ਅਨੁਸਾਰ ਉਹਨਾਂ ਦੇ ਰੂਪ ਅਤੇ ਜਿਉਣ ਦਾ ਵਾਤਾਵਰਣ ਵੀ ਅਲੱਗ ਹੁੰਦਾ ਰਹਿੰਦਾ ਹੈ। ਜਦ ਉਹਨਾਂ ਦੇ ਲਾਰਵਾ ਦਾ ਚੱਕਰ ਪੂਰਾ ਹੋ ਜਾਂਦਾ ਹੈ ਅਤੇ ਉਹ ਤਬਦੀਲੀ ਦੇ ਲਈ ਤਿਆਰ ਹੋ ਜਾਂਦੇ ਹਨ ਤਦ ਉਹ ਪਾਣੀ ਤੋਂ ਬਾਹਰ ਨਿਕਲਦੇ ਹਨ ਅਤੇ ਉਹ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਸੁਕਾਉਣ ਦੇ ਲਈ ਇੱਕ ਧੁੱਪ ਅਤੇ ਗਰਮ ਜਗ੍ਹਾ ਤੇ ਜਾਂਦੇ ਹਨ।
ਇਸ ਪਲ ਤੋਂ ਉਹ ਤਬਦੀਲੀ ਤੋਂ ਲੰਘਣਾ ਸ਼ੁਰੂ ਕਰ ਸਕਦੇ ਹਨ ਅਤੇ ਡਰੈਗਨ ਫਲਾਈ ਵਿੱਚ ਬਦਲ ਸਕਦੇ ਹਨ। ਜਦੋਂ ਲਾਰਵਾ ਦੀ ਅਵਸਥਾ ਵਿੱਚ ਹੁੰਦੇ ਹਨ, ਉਹਨਾਂ ਦੀ ਸਰੀਰਕ ਬਣਾਵਟ ਪਾਣੀ ਤੋਂ ਬਾਹਰ ਰਹਿਣ ਦੇ ਲਈ ਉਚਿਤ ਨਹੀਂ ਹੁੰਦੀ, ਪਰ ਵੱਡੇ ਹੋਣ ਦੀ ਪ੍ਰਕਿਰਿਆ ਵਿੱਚ ਉਹ ਪਾਣੀ ਤੋਂ ਬਾਹਰ ਆਉਂਦੇ ਹਨ, ਆਪਣੇ ਸਰੀਰ ਨੂੰ ਸੁੱਕਣ ਦਿੰਦੇ ਹਨ ਅਤੇ ਤਬਦੀਲ ਹੋ ਜਾਂਦੇ ਹਨ। ਕੀੜਿਆਂ ਦੀ ਦੁਨੀਆ ਵਿੱਚ ਇਸ ਨੂੰ ਚਮੜੀ ਉਤਾਰਨਾ ਕਹਿੰਦੇ ਹਨ। ਇਸ ਅਵਸਥਾ ਵਿੱਚ ਉਹ ਪੂਰੀ ਤਰ੍ਹਾਂ ਚਮੜੀ ਛੱਡਦੇ ਹਨ। ਡਰੈਗਨ ਫਲਾਈ ਆਪਣੀ ਪੁਰਾਣੀ ਚਮੜੀ ਉਤਾਰ ਦਿੰਦੇ ਹਨ। ਉਹਨਾਂ ਦੇ ਕੋਲ ਵੱਡੀਆਂ ਮੁਸ਼ਰਿਤ ਅੱਖਾਂ ਹੁੰਦੀਆਂ ਹਨ, ਪਾਰਦਰਸ਼ੀ ਖੰਭ ਹੁੰਦੇ ਹਨ ਅਤੇ ਉਹਨਾਂ ਦੇ ਕੋਲ ਲੰਬੇ ਅਤੇ ਪਤਲੇ ਸਰੀਰ ਹੁੰਦੇ ਹਨ। ਉਹ ਇੱਕ ਇਸ ਤਰ੍ਹਾਂ ਦੀ ਦੇਹ ਵਿੱਚ ਤਬਦੀਲ ਹੁੰਦੇ ਹਨ ਜੋ ਉਹਨਾਂ ਨੂੰ ਤਲਾਅ ਦੇ ਇੱਕ ਬੰਨੇ ਤੋਂ ਦੂਸਰੇ ਬੰਨੇ ਤੱਕ ਇੱਕਦਮ ਉਡਾਨ ਭਰਨ ਦੀ ਆਗਿਆ ਦਿੰਦਾ ਹੈ। ਇਸ ਤਰ੍ਹਾਂ ਜੋ ਤਬਦੀਲੀ ਤੋਂ ਲੰਘਦੇ ਹਨ, ਉਹ ਇਸ ਦੁਨੀਆ ਵਿੱਚ ਮੌਜੂਦ ਹੈ ਜਿੱਥੇ ਅਸੀਂ ਰਹਿੰਦੇ ਹਾਂ। ਫਿਰ ਸਾਨੂੰ ਪਰਮੇਸ਼ਵਰ ਦੇ ਵਾਅਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਸਾਡੀ ਨਾਸ਼ ਹੋਣ ਵਾਲੀ ਸਰੀਰਕ ਦੇਹ ਨੂੰ ਸਦੀਪਕ ਆਤਮਿਕ ਦੇਹ ਵਿੱਚ ਬਦਲ ਦੇਣਗੇ। ਜਦ ਡਰੈਗਨ ਫਲਾਈ ਲਾਰਵਾ ਹੁੰਦਾ ਹੈ, ਇਸ ਦੀ ਸਰੀਰਕ ਬਣਤਰ ਸੁੱਕੀ ਜ਼ਮੀਨ ਤੇ ਰਹਿਣ ਦੇ ਲਈ ਉਚਿਤ ਨਹੀਂ ਹੁੰਦੀ। ਇਹ ਪਾਣੀ ਦੇ ਥੱਲੇ ਰਹਿਣ ਦੇ ਲਈ ਬਣਾਈ ਗਈ ਹੈ। ਪਰ ਜਦ ਉਹ ਵੱਡਾ ਹੋ ਜਾਂਦਾ ਹੈ, ਇਹ ਹੁਣ ਪਾਣੀ ਵਿੱਚ ਨਹੀਂ ਰਹਿ ਸਕਦਾ। ਇਹ ਇੱਕ ਇਸ ਤਰ੍ਹਾਂ ਦੇ ਕੀੜੇ ਵਿੱਚ ਬਦਲ ਜਾਂਦਾ ਹੈ ਜੋ ਪਾਣੀ ਤੋਂ ਬਾਹਰ ਰਹਿੰਦਾ ਹੈ ਅਤੇ ਹਵਾ ਵਿੱਚ ਆਜ਼ਾਦ ਰੂਪ ਵਿੱਚ ਉੱਡਦਾ ਹੈ। ਇਸ ਤਰ੍ਹਾਂ ਜੇ ਹੁਣ ਅਸੀਂ ਸਾਡੀ ਸਰੀਰਕ ਦੇਹ ਵਿੱਚ ਜੀ ਰਹੇ ਹਾਂ, ਪਰਮੇਸ਼ਵਰ ਨੇ ਜਲਦੀ ਹੀ ਸਾਡੀ ਦੀਨਹੀਨ ਦੇਹ ਨੂੰ ਸਵਰਗੀ ਦੇਹ ਵਿੱਚ ਬਦਲਣ ਦਾ ਵਾਅਦਾ ਕੀਤਾ ਹੈ। 2000 ਸਾਲ ਪਹਿਲੇ ਯਿਸੂ ਸਰੀਰ ਵਿੱਚ ਇਸ ਧਰਤੀ ਤੇ ਆਏ ਸੀ ਅਤੇ ਸਾਡੇ ਬਦਲੇ ਸਲੀਬ ਉੱਤੇ ਮਰ ਗਏ ਸੀ ਅਤੇ ਸਲੀਬ ਉੱਤੇ ਚੜ੍ਹਨ ਦੇ ਬਾਅਦ ਤੀਸਰੇ ਦਿਨ ਮਰੇ ਹੋਇਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਉਹਨਾਂ ਨੇ ਸਾਨੂੰ ਸਪਸ਼ਟ ਰੂਪ ਨਾਲ ਦਿਖਾਇਆ ਕਿ ਜੀ ਉੱਠਣਾ ਸਿਰਫ ਇੱਕ ਕਹਾਣੀ ਦੇ ਰੂਪ ਵਿੱਚ ਬਾਈਬਲ ਵਿੱਚ ਮੌਜੂਦ ਨਹੀਂ ਹੈ। ਇਸ ਤਰ੍ਹਾਂ ਪਰਮੇਸ਼ਵਰ ਨੇ ਸਾਨੂੰ ਪੱਕਾ ਸਬੂਤ ਛੱਡ ਦਿੱਤਾ ਕਿ ਜੀ ਉੱਠਣਾ ਸਾਡੇ ਨਾਲ ਵੀ ਹੋਵੇਗਾ। ਇਹ ਸਿਰਫ ਡਰੈਗਨ ਫਲਾਈ ਹੀ ਨਹੀਂ ਹਨ ਜੋ ਇਸ ਤੋਂ ਲੰਘਦੇ ਹਨ। ਕਿਹਾ ਜਾਂਦਾ ਹੈ ਕਿ ਸਿਕਾਡਾ ਲਗਭਗ 7 ਸਾਲਾਂ ਤੱਕ ਜ਼ਮੀਨ ਦੇ ਥੱਲੇ ਲਾਰਵਾ ਦੇ ਰੂਪ ਵਿੱਚ ਰਹਿੰਦੇ ਹਨ। ਲਗਭਗ 7 ਸਾਲਾਂ ਦੇ ਬਾਅਦ ਉਹ ਤਬਦੀਲੀ ਤੋਂ ਲੰਘਦੇ ਹਨ ਅਤੇ ਇੱਕ ਲਾਰਵਾ ਤੋਂ ਇੱਕ ਵੱਡੇ ਕੀੜੇ ਵਿੱਚ ਤਬਦੀਲ ਹੁੰਦੇ ਹਨ। ਇਹ ਕਿਹਾ ਜਾਂਦਾ ਹੈ ਕਿ ਉਹ ਇੱਕ ਵੱਡੇ ਕੀੜੇ ਦੇ ਰੂਪ ਵਿੱਚ ਲਗਭਗ 2 ਹਫ਼ਤੇ ਤੋਂ 1 ਮਹੀਨੇ ਤੱਕ ਰਹਿੰਦੇ ਹਨ। ਜੇ ਲਾਰਵਾ 1 ਘੰਟੇ ਦੇ ਲਈ ਕਿਸਰਦੇ ਹਨ ਤਦ ਉਹ ਦੂਰ ਤੱਕ ਨਹੀਂ ਜਾ ਪਾਉਂਦੇ, ਪਰ ਤਬਦੀਲੀ ਦੇ ਬਾਅਦ ਜੇ ਵੱਡੇ ਸਿਕਾਡੇ 1 ਘੰਟੇ ਤੱਕ ਉੱਡਦੇ ਹਨ ਤਦ ਉਹ ਇੱਕ ਵੱਡੀ ਦੂਰੀ ਤੱਕ ਜਾ ਸਕਦੇ ਹਨ। ਉਹ ਇੱਕ ਇਸ ਤਰ੍ਹਾਂ ਦੀ ਦੁਨੀਆ ਦਾ ਤਜਰਬਾ ਕਰ ਸਕਦੇ ਹਨ ਜੋ ਲਾਰਵਾ ਦੇ ਸਮੇਂ ਵਿੱਚ ਅਕਲਪਨਾਯੋਗ ਸੀ। ਜਦ ਉਹ ਲਾਰਵਾ ਹੁੰਦੇ ਹਨ, ਉਹ ਪਾਣੀ ਦੇ ਅੰਦਰ ਰਹਿੰਦੇ ਹਨ, ਪਰ ਇੱਕ ਵਾਰ ਵੱਡੇ ਬਣਨ ਦੇ ਬਾਅਦ ਉਹਨਾਂ ਦੇ ਕੋਲ ਪਾਰਦਰਸ਼ੀ ਖੰਭ ਹੁੰਦੇ ਹਨ। ਉਹ ਤਾਂ ਜ਼ਮੀਨ ਦੇ ਥੱਲੇ ਨਹੀਂ ਰਹਿੰਦੇ, ਪਰ ਉਹ ਹਵਾ ਵਿੱਚ ਆਜ਼ਾਦ ਰੂਪ ਨਾਲ ਉੱਡਣ ਵਿੱਚ ਕਾਬਲ ਹੁੰਦੇ ਹਨ। ਇਸ ਸੰਸਾਰ ਵਿੱਚ ਵੀ ਅਸੀਂ ਇਸ ਤਰ੍ਹਾਂ ਦੇ ਪ੍ਰਾਣੀ ਦੇਖ ਸਕਦੇ ਹਾਂ ਜੋ 2 ਤਰ੍ਹਾਂ ਦੇ ਜੀਵਨ ਦਾ ਤਜਰਬਾ ਕਰਦੇ ਹਨ। ਉਸੇ ਤਰ੍ਹਾਂ ਹੁਣ ਅਸੀਂ ਸਰੀਰਕ ਦੇਹ ਵਿੱਚ ਸੀਮਿਤ ਹੁੰਦੇ ਹੋਏ ਇਸ ਧਰਤੀ ਤੇ ਰਹਿੰਦੇ ਹਾਂ, ਪਰ ਅਸੀਂ ਉਸ ਪਲ ਤੋਂ ਇਸ ਸਰੀਰ ਵਿੱਚ ਨਹੀਂ ਹੋਵਾਂਗੇ ਜਿਸ ਪਲ ਤੋਂ ਪਰਮੇਸ਼ਵਰ ਸਾਨੂੰ ਸਵਰਗੀ ਕੱਪੜੇ ਪਾਉਣਗੇ। ਪਰਮੇਸ਼ਵਰ ਨੇ ਕਿਹਾ ਕਿ ਅਸੀਂ ਨਿਸ਼ਚਿਤ ਹੀ ਸਵਰਗੀ ਦੇਹ ਵਿੱਚ ਤਬਦੀਲ ਹੋਵਾਂਗੇ। ਇਸ ਲਈ ਜੀ ਉੱਠਣ ਦੇ ਸਮੇਂ ਅਸੀਂ ਕਿਸ ਦੇ ਵਾਂਗ ਹੋਵਾਂਗੇ? ਪਰਮੇਸ਼ਵਰ ਨੇ ਕਿਹਾ ਕਿ ਅਸੀਂ ਸਵਰਗ ਦੇ ਸਵਰਗਦੂਤ ਦੇ ਵਾਂਗ ਹੋਵਾਂਗੇ। ਸਾਨੂੰ ਮੁਕਤੀ ਦੇ ਕੰਮ ਵਿੱਚ, ਜਿਸ ਵਿੱਚ ਪਿਤਾ ਅਤੇ ਮਾਤਾ ਜੀ ਸਾਡੀ ਅਗਵਾਈ ਕਰ ਰਹੇ ਹਨ, ਉਹਨਾਂ ਦੇ ਆਦੇਸ਼ਾਂ ਅਤੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ ਅਤੇ ਸਾਡੇ ਜੀ ਉੱਠਣ ਦੇ ਪਲ ਦੇ ਲਈ ਹਮੇਸ਼ਾ ਆਸ ਨਾਲ ਭਰੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਸਾਰੇ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕੀਏ। ਕੀ ਬਾਈਬਲ ਨਹੀਂ ਕਹਿੰਦੀ ਕਿ ਇਹ ਦਿਨ ਪੱਕਾ ਹੀ ਆਵੇਗਾ? ਆਓ ਪਹਿਲਾ ਕੁਰਿੰਥੀਓ ਅਧਿਆਇ 15 ਵਿੱਚ ਪਰਮੇਸ਼ਵਰ ਦੇ ਵਾਅਦੇ ਦਾ ਪਤਾ ਲਾਈਏ। ਪਹਿਲਾ ਕੁਰਿੰਥੀਓ ਅਧਿਆਇ 15 ਵਚਨ 20। ਹੇ ਭਰਾਵੋ, ਮੈਂ ਇਹ ਆਖਦਾ ਹਾਂ, ਜੋ ਮਾਂਸ ਅਤੇ ਲਹੂ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ। ਅਸੀਂ ਆਪਣੀ ਸਰੀਰਕ ਦੇਹ ਦੇ ਨਾਲ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ। ਇਸ ਸਰੀਰ ਦੇ ਨਾਲ ਜੋ ਹੁਣ ਸਾਡੇ ਕੋਲ ਹੈ, ਇਹ ਅਸੰਭਵ ਹੈ।
ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ। ਜੋ ਅਸੀਂ ਸਭੇ ਨਹੀਂ ਸੋਵਾਂਗੇ, ਪਰ ਸਾਡੇ ਨਾਲ ਕੀ ਹੋਵੇਗਾ? ਪਰ ਸਭੇ ਛਿਨ ਭਰ ਵਿੱਚ ਅੱਖ ਦੀ ਚਮਕ ਵਿੱਚ ਛੇਕੜਲੀ ਤੁਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ, ਮਤਲਬ ਜਿਉਂਦੇ ਹੋਣਗੇ, ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਜੀ ਉੱਠਣ ਦੇ ਬਾਅਦ ਦੀ ਦੇਹ ਅਤੇ ਤਬਦੀਲੀ ਜਾਂ ਬਦਲਣ ਤੋਂ ਬਾਅਦ ਦੀ ਦੇਹ ਇੱਕ ਸਮਾਨ ਹੈ। ਮੌਤ ਦਾ ਤਜਰਬਾ ਕੀਤੇ ਬਿਨਾਂ ਸਵਰਗਦੂਤਾਂ ਦੇ ਕੱਪੜਿਆਂ ਵਿੱਚ ਬਦਲਣ ਨੂੰ ਤਬਦੀਲੀ ਕਹਿੰਦੇ ਹਾਂ, ਜਦਕਿ ਮਰੇ ਹੋਇਆਂ ਵਿੱਚੋਂ ਜੀ ਉੱਠਣ ਦੇ ਬਾਅਦ ਸਵਰਗਦੂਤਾਂ ਦੇ ਕੱਪੜਿਆਂ ਨੂੰ ਪਾਉਣਾ ਜੀ ਉੱਠਣਾ ਕਹਾਉਂਦਾ ਹੈ। ਸਵਰਗਦੂਤਾਂ ਦੇ ਕੱਪੜਿਆਂ ਨੂੰ ਪਾਉਣ ਦੇ ਹਵਾਲੇ ਵਿੱਚ ਜੀ ਉੱਠਣ ਅਤੇ ਤਬਦੀਲੀ ਦਾ ਇੱਕੋ ਜਿਹਾ ਨਤੀਜਾ ਹੈ। ਇਸ ਤਰ੍ਹਾਂ ਅਸੀਂ ਆਤਮਿਕ ਦੇਹ ਵਿੱਚ ਤਬਦੀਲ ਹੋਵਾਂਗੇ। ਅੱਜ ਯੀਸ਼ੂ ਮਸੀਹ ਦੇ ਮਰੇ ਹੋਇਆਂ ਵਿੱਚੋਂ ਜੀ ਉੱਠਣ ਦਾ ਦਿਨ ਹੈ। ਮਸੀਹ ਦੇ ਜੀ ਉੱਠਣ ਦੇ ਦੁਆਰਾ ਉਹਨਾਂ ਨੇ ਸਾਨੂੰ ਸਿਖਾਇਆ ਕਿ ਅਸੀਂ ਵੀ ਜੀ ਉੱਠਣ ਦੀ ਸ਼ਕਤੀ ਵਿੱਚ ਸ਼ਾਮਿਲ ਹੋ ਸਕਦੇ ਹਾਂ। ਆਓ ਫਿਲਿੱਪੀਆਂ ਅਧਿਆਇ 3 ਵਚਨ 20 ਉੱਤੇ ਇੱਕ ਨਜ਼ਰ ਪਾਈਏ। ਕਿਉਂ ਜੋ ਅਸੀਂ ਸਵਰਗ ਦੀ ਪ੍ਰਜਾ ਹਾਂ, ਜਿੱਥੇ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭੂ ਯੀਸ਼ੂ ਮਸੀਹ ਦੀ ਉਡੀਕ ਵੀ ਕਰਦੇ ਹਾਂ, ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ, ਜਿਹਦੇ ਨਾਲ ਉਹ ਸਭਨਾ ਅਵਸਥਾ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ, ਸਾਡੀ ਦੀਨਤਾ ਦੇ ਸਰੀਰ, ਜਿਸ ਵਿੱਚ ਅਸੀਂ ਹੁਣ ਹਾਂ, ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈ ਬਣਾਵੇਗਾ। ਅਸੀਂ ਕਿਵੇਂ ਮਹਿਮਾ ਦਾ ਸਰੀਰ ਪਾਵਾਂਗੇ? ਪਰਮੇਸ਼ਵਰ ਸਾਡੇ ਸਾਰਿਆਂ ਦਾ ਰੂਪ ਬਦਲ ਦੇਣਗੇ। ਇਹ ਜੀ ਉੱਠਣ ਅਤੇ ਤਬਦੀਲੀ ਨੂੰ ਦਰਸਾਉਂਦਾ ਹੈ ਨਾ? ਉਹ ਜੋ ਪ੍ਰਭੂ ਯੀਸ਼ੂ ਮਸੀਹ ਨੂੰ ਕਬੂਲ ਕਰਦੇ ਹਨ, ਜੀ ਉੱਠਣ ਦੀ ਮਹਿਮਾ ਵਿੱਚ ਭਾਗ ਲੈ ਸਕਦੇ ਹਨ, ਅਤੇ ਉਹ ਜੋ ਤਬਦੀਲੀ ਦੀ ਮਹਿਮਾ ਵਿੱਚ ਭਾਗ ਲੈ ਸਕਦੇ ਹਨ, ਪ੍ਰਭੂ ਨਾਲ ਬੱਦਲਾਂ ਤੇ ਮਿਲਣਗੇ ਅਤੇ ਸਦਾ ਸਵਰਗ ਵਿੱਚ ਸਦੀਪਕ ਜੀਵਨ ਅਤੇ ਆਸ਼ੀਸ਼ਾਂ ਦਾ ਆਨੰਦ ਲੈਣਗੇ। ਇਸ ਲਈ ਜੀ ਉੱਠਣ, ਜਿਸ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ, ਦਾ ਇੱਕ ਬਹੁਤ ਮਹੱਤਵਪੂਰਨ ਅਰਥ ਹੈ। ਪਰਮੇਸ਼ਵਰ ਨੇ ਸਾਨੂੰ ਜਾਣਨ ਦਿੱਤਾ ਹੈ ਕਿ ਜੀ ਉੱਠਣਾ ਬਿਲਕੁਲ ਮੌਜੂਦ ਹੈ, ਅਤੇ ਇਹ ਇੱਕ ਬਾਈਬਲ ਦਾ ਕੰਮ ਹੈ ਜੋ ਪਰਮੇਸ਼ਵਰ ਦੇ ਨਿਆਂ ਦੇ ਦਿਨ ਤੇ ਪੂਰਾ ਹੋਵੇਗਾ। ਪਹਿਲਾ ਕੁਰਿੰਥੀਓ ਅਧਿਆਇ 15 ਵਚਨ 12 ਵਿੱਚ ਲਿਖਿਆ ਹੈ, ਹੁਣ ਜੇ ਮਸੀਹ ਦਾ ਇਹ ਪ੍ਰਚਾਰ ਕਰੀਦਾ ਹੈ ਭਾਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਭਾਈ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ। ਉਹ ਜੋ ਕਹਿੰਦੇ ਹਨ ਕਿ ਕੋਈ ਜੀ ਉੱਠਣਾ ਨਹੀਂ ਹੈ, ਉਹਨਾਂ ਨੂੰ ਡਰੈਗਨ ਫਲਾਈ ਅਤੇ ਸਿਕਾਡਾ ਨੂੰ ਦੇਖ ਕੇ ਸਿੱਖਣ ਦੀ ਜ਼ਰੂਰਤ ਹੈ। ਪਰਮੇਸ਼ਵਰ ਨੇ ਸਾਰੀ ਮਨੁੱਖ ਜਾਤੀ ਨੂੰ ਦਿਖਾਇਆ ਕਿ ਇਸ ਤਰ੍ਹਾਂ ਦੇ ਤੁੱਛ ਜੀਵਾਂ ਕੋਲ ਵੀ ਇਸ ਤਰ੍ਹਾਂ ਦੀ ਦੇਹ ਹੈ ਜੋ ਤਬਦੀਲ ਹੁੰਦੀ ਹੈ। ਹਾਲਾਂਕਿ ਫਿਰ ਵੀ ਲੋਕ ਕਹਿੰਦੇ ਹਨ ਕੋਈ ਜੀ ਉੱਠਣਾ ਨਹੀਂ ਹੈ। ਉਹ ਸੱਚਮੁੱਚ ਮੂਰਖ ਹਨ। ਆਇਤ 13, ਪਰ ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ, ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਕਰਨਾ ਵੀ ਥੋਥਾ ਹੈ ਅਤੇ ਤੁਹਾਡੀ ਨੇਚਾ ਵੀ ਥੋਥੀ ਹੈ। ਪਰਮੇਸ਼ਵਰ ਨੇ ਸਾਨੂੰ ਜਾਣਨ ਦਿੱਤਾ ਹੈ ਕਿ ਜੇ ਕੋਈ ਜੀ ਉੱਠਣਾ ਨਹੀਂ ਹੈ ਤਦ ਸਾਡੇ ਵਿਸ਼ਵਾਸ ਦਾ ਕੋਈ ਅਰਥ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਅਸੀਂ ਜਿਉਂਦੀ ਕੀਤੀ ਗਈ ਦੇਹ, ਮਤਲਬ ਤਬਦੀਲ ਦੇਹ ਵਿੱਚ ਪਰਮੇਸ਼ਵਰ ਦੇ ਰਾਜ ਵਿੱਚ ਸਦਾ ਸਦੀਪਕ ਜੀਵਨ ਅਤੇ ਅਸੀਸਾਂ ਦਾ ਆਨੰਦ ਲਵਾਂਗੇ। ਇਸ ਲਈ ਰਸੂਲ ਪੌਲੁਸ ਨੇ ਕਿਹਾ ਕਿ ਜੇ ਕੋਈ ਜੀ ਉੱਠਣਾ ਅਤੇ ਤਬਦੀਲੀ ਨਹੀਂ ਹੈ ਤਦ ਸਾਡਾ ਵਿਸ਼ਵਾਸ ਵਿਅਰਥ ਹੈ। ਆਓ ਆਇਤ 14 ਦੇ ਨਾਲ ਜਾਰੀ ਰਹੀਏ। ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਥੋਥਾ ਹੈ ਅਤੇ ਤੁਹਾਡੀ ਨੇਚਾ ਵੀ ਥੋਥੀ ਹੈ। ਨਾਲੇ ਅਸੀਂ ਪਰਮੇਸ਼ਵਰ ਦੇ ਝੂਠੇ ਗਵਾਹ ਵੀ ਠਹਿਰੇ, ਕਿਉਂ ਜੋ ਅਸਾਂ ਪਰਮੇਸ਼ਵਰ ਦੀ ਸਾਖੀ ਦਿੱਤੀ ਜੋ ਉਹਨੇ ਮਸੀਹ ਨੂੰ ਜੁਆਲਿਆ, ਜਿਹਨੂੰ ਉਹਨੇ ਨਹੀਂ ਜੁਆਲਿਆ ਜੇਕਰ ਮੁਰਦੇ ਨਹੀਂ ਜੀ ਉੱਠਦੇ, ਕਿਉਂਕਿ ਜੇ ਮੁਰਦੇ ਨਹੀਂ ਜੀ ਉੱਠਦੇ, ਜੇਕਰ ਮਰੇ ਹੋਏ ਨਹੀਂ ਜੀ ਉੱਠਦੇ ਤਾਂ ਮਸੀਹ ਵੀ ਨਹੀਂ ਜੀ ਉੱਠਿਆ। ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਤੁਹਾਡੀ ਨੇਚਾ ਅਕਾਰਤ ਹੈ, ਤੁਸੀਂ ਅਜੇ ਆਪਣੇ ਪਾਪਾਂ ਵਿੱਚ ਹੋ। ਤਦ ਜਿਹੜੇ ਮਸੀਹ ਵਿੱਚ ਹੋ ਕੇ ਸੋ ਗਏ ਹਨ ਉਹ ਵੀ ਨਾਸ ਹੋਏ। ਜੇ ਨਿਰੇ ਇਸੇ ਜੀਵਨ ਵਿੱਚ ਅਸੀਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾ ਮਨੁੱਖਾਂ ਨਾਲੋਂ ਤਰਸਯੋਗ ਹਾਂ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਡਾ ਜੀ ਉੱਠਣਾ
ਨਿਸ਼ਚਿਤ ਰੂਪ ਨਾਲ ਹੋਵੇਗਾ। ਰਸੂਲ ਪੌਲਸ ਨੇ ਵੀ ਜੀ ਉੱਠਣ ਤੇ ਜ਼ੋਰ ਦਿੱਤਾ। ਆਓ ਦੇਖੀਏ ਕਿ ਆਇਤ 29 ਵਿੱਚ ਉਸਨੇ ਜੀ ਉੱਠਣ ਦੇ ਬਾਰੇ ਵਿੱਚ ਕਿਵੇਂ ਵਿਆਖਿਆ ਕੀਤੀ। ਨਹੀਂ ਤਾਂ ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ ਉਹ ਕੀ ਕਰਨਗੇ? ਜੇ ਮੁਰਦੇ ਮੁੱਲੋਂ ਜੀ ਨਹੀਂ ਉੱਠਦੇ ਤਾਂ ਉਹਨਾਂ ਦੇ ਲਈ ਉਹ ਕਾਹਨੂੰ ਬਪਤਿਸਮਾ ਲੈਂਦੇ ਹਨ? ਅਸੀਂ ਵੀ ਹਰ ਘੜੀ ਜੋਖਮ ਵਿੱਚ ਕਿਉਂ ਪਏ ਰਹਿੰਦੇ ਹਾਂ? ਹੇ ਭਰਾਵੋ, ਤੁਹਾਡੇ ਹੱਕ ਵਿੱਚ ਜਿਹੜਾ ਅਪਮਾਨ ਮੈਂ ਮਸੀਹ ਯੀਸ਼ੂ ਸਾਡੇ ਪ੍ਰਭੂ ਵਿੱਚ ਕਰਦਾ ਹਾਂ ਉਹਦੀ ਸਹੁੰ ਹੈ ਜੋ ਮੈਂ ਹਰ ਰੋਜ਼ ਮਰਦਾ ਹਾਂ। ਆਓ ਅਸੀਂ ਆਇਤ 45 ਉੱਤੇ ਜਾਈਏ ਕਿ ਅਸੀਂ ਆਇਤ 40 ਨਾਲ ਪੜ੍ਹੀਏ। ਸੁਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ। ਜਦ ਅਸੀਂ ਸਿਕਾਡਾ ਦੇ ਜੀਵਨ ਉੱਤੇ ਧਿਆਨ ਕਰਦੇ ਹਾਂ, ਉਹ 7 ਸਾਲ ਤੱਕ ਜ਼ਮੀਨ ਦੇ ਥੱਲੇ ਬਦਸੂਰਤ ਲਾਰਵਾ ਦੇ ਰੂਪ ਵਿੱਚ ਰਹਿੰਦੇ ਹਨ। ਸਿੱਧੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਧਰਤੀ ਨਾਲ ਸੰਬੰਧਿਤ ਹਨ। ਜਦ ਉਹ ਉੱਡਣ ਵਿੱਚ ਕਾਬਲ ਹੁੰਦੇ ਹਨ ਤਦ ਕੀ ਹੁੰਦਾ ਹੈ? ਅਸੀਂ ਕਹਿ ਸਕਦੇ ਹਾਂ ਕਿ ਉਹ ਹਵਾ ਨਾਲ ਸੰਬੰਧਿਤ ਹਨ। ਆਓ ਆਇਤ 40 ਨੂੰ ਫਿਰ ਤੋਂ ਪੜ੍ਹੀਏ। ਸੁਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ, ਪਰ ਸਵਰਗੀਆਂ ਦਾ ਪ੍ਰਤਾਪ ਹੋਰ ਹੈ ਅਤੇ ਜ਼ਮੀਨੀਆਂ ਦਾ ਹੋਰ ਹੈ। ਸੂਰਜ ਦਾ ਪ੍ਰਤਾਪ ਹੋਰ ਹੈ ਅਤੇ ਚੰਦ ਦਾ ਪ੍ਰਤਾਪ ਹੋਰ ਹੈ ਅਤੇ ਤਾਰਿਆਂ ਦਾ ਪ੍ਰਤਾਪ ਹੋਰ ਹੈ, ਕਿਉਂ ਜੋ ਪ੍ਰਤਾਪ ਕਰਕੇ ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ। ਇਸੇ ਤਰ੍ਹਾਂ ਮੁਰਦਿਆਂ ਦੀ ਕਿਆਮਤ ਵੀ ਹੈ। ਉਹ ਨਾਸ਼ਵਾਨ ਬੀਜਿਆ ਜਾਂਦਾ ਹੈ ਅਤੇ ਕਿਵੇਂ ਜੀ ਉੱਠਦਾ ਹੈ, ਪਰ ਅਵਿਨਾਸੀ ਜੀ ਉੱਠਦਾ ਹੈ। ਜੀ ਉੱਠਣ ਦਾ ਅਰਥ ਹੈ ਜੀ ਉੱਠਣਾ ਅਤੇ ਤਬਦੀਲ ਹੋਣਾ। ਆਇਤ 43, ਉਹ ਬੇਪਤ ਬੀਜਿਆ ਜਾਂਦਾ ਹੈ ਪਰੰਤੂ ਪ੍ਰਤਾਪਮਾਨ ਜੀ ਉੱਠਦਾ ਹੈ। ਉਹ ਨਿਰਮਲ ਬੀਜਿਆ ਜਾਂਦਾ ਹੈ ਪਰ ਬਲਵੰਤ ਜੀ ਉੱਠਦਾ ਹੈ। ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਿਕ ਸਰੀਰ ਹੋ ਕੇ ਜੀ ਉੱਠਦਾ ਹੈ। ਜੇਕਰ ਪ੍ਰਾਣਕ ਸਰੀਰ ਹੈ ਤਾਂ ਕਿਹੜਾ ਸਰੀਰ ਵੀ ਮੌਜੂਦ ਹੈ? ਆਤਮਿਕ ਸਰੀਰ ਵੀ ਹੈ। ਪੱਕਾ ਹੀ ਆਤਮਿਕ ਸਰੀਰ ਹੈ। ਸਰੀਰਿਕ ਦੇਹ ਦੇ ਦੁਆਰਾ ਜੋ ਸਾਨੂੰ ਮਹਿਸੂਸ ਹੁੰਦਾ ਹੈ, ਜੋ ਅਸੀਂ ਤਜਰਬਾ ਕਰਦੇ ਹਾਂ ਅਤੇ ਜੋ ਅਸੀਂ ਜਾਣਦੇ ਹਾਂ, ਉਸ ਨੂੰ ਸਮਝਣਾ ਆਸਾਨ ਹੁੰਦਾ ਹੈ। ਡਰੈਗਨ ਫਲਾਈ ਦੇ ਲਾਰਵਾ ਦੀ ਦੁਨੀਆ ਵਿੱਚ ਵੀ ਇਹੀ ਹੁੰਦਾ ਹੈ ਕਿ ਉਸ ਦੇ ਬਾਰੇ ਵਿੱਚ ਇੱਕ ਮਸ਼ਹੂਰ ਕਹਾਣੀ ਨਹੀਂ ਹੈ ਜਿਸ ਨੂੰ ਮੈਂ ਅਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਇੱਕ ਡੱਡੂ ਡਰੈਗਨ ਫਲਾਈ ਦੇ ਲਾਰਵਾ ਨੂੰ ਕੁਝ ਸਮੇਂ ਦੀ ਮੁਲਾਕਾਤ ਦੇ ਲਈ ਰੁਕਿਆ ਜੋ ਤਲਾਬ ਵਿੱਚ ਰਹਿੰਦਾ ਸੀ। ਡੱਡੂ ਜ਼ਮੀਨ ਉੱਤੇ ਅਤੇ ਪਾਣੀ ਵਿੱਚ ਵੀ ਰਹਿ ਸਕਦੇ ਹਨ ਅਤੇ ਆਪਣਾ ਭੋਜਨ ਲੱਭ ਸਕਦੇ ਹਨ। ਉਹ ਆਜ਼ਾਦ ਰੂਪ ਨਾਲ ਪਾਣੀ ਦੇ ਅੰਦਰ ਅਤੇ ਬਾਹਰ ਰਹਿ ਸਕਦੇ ਹਨ। ਜਦ ਤੱਕ ਡੱਡੂ ਮੁਲਾਕਾਤ ਦੇ ਲਈ ਤਲਾਬ ਵਿੱਚ ਗਿਆ ਤਦ ਡਰੈਗਨ ਫਲਾਈ ਦੇ ਲਾਰਵਾ ਨੇ ਖੁਸ਼ੀ ਨਾਲ ਉਸ ਦਾ ਸਵਾਗਤ ਕੀਤਾ। ਡਰੈਗਨ ਫਲਾਈ ਦੇ ਲਾਰਵੇ ਪਾਣੀ ਦੇ ਬਾਹਰ ਦੇ ਜੀਵਨ ਦੇ ਬਾਰੇ ਵਿੱਚ ਬਹੁਤ ਉਤਸੁਕ ਸੀ। ਉਹ ਡੱਡੂ ਨੂੰ ਪੁੱਛਦੇ ਹਨ, ਪਾਣੀ ਦੇ ਬਾਹਰ ਦਾ ਜੀਵਨ ਕਿਵੇਂ ਦਾ ਹੁੰਦਾ ਹੈ? ਡੱਡੂ ਜਵਾਬ ਦਿੰਦਾ ਹੈ, ਉਹ ਇੱਥੇ ਦੇ ਜੀਵਨ ਦੀ ਤੁਲਨਾ ਤੋਂ ਪਰੇ ਹੈ। ਫਿਰ ਡੱਡੂ ਡਰੈਗਨ ਫਲਾਈ ਦੇ ਲਾਰਵਾ ਨੂੰ ਸਭ ਕੁਝ ਦੱਸਦਾ ਹੈ ਕਿ ਖੁਸ਼ਬੂਦਾਰ ਫੁੱਲਾਂ ਦੇ ਬਾਰੇ ਵਿੱਚ, ਰਾਤ ਦੇ ਆਸਮਾਨ ਦੀ ਆਕਾਸ਼ ਗੰਗਾ ਵਿੱਚ ਤਾਰਿਆਂ ਦੇ ਬਾਰੇ ਵਿੱਚ, ਬਸੰਤ ਹਵਾ ਦੇ ਬਾਰੇ ਵਿੱਚ ਅਤੇ ਇਹ ਵੀ ਕਿ ਕਿਵੇਂ ਤਿਤਲੀਆਂ ਅਤੇ ਮਧੂਮੱਖੀਆਂ ਫੁੱਲ ਤੋਂ ਫੁੱਲ ਤੱਕ ਉੱਡਦੀਆਂ ਹਨ ਅਤੇ ਸ਼ਹਿਦ ਇਕੱਠਾ ਕਰਦੀਆਂ ਹਨ। ਇਹ ਡਰੈਗਨ ਫਲਾਈ ਦੇ ਲਾਰਵਾ ਦੇ ਲਈ ਕਲਪਨਾਯੋਗ ਨਹੀਂ ਸੀ ਕਿਉਂਕਿ ਲਾਰਵਾ ਨੇ ਆਪਣਾ ਸਾਰਾ ਜੀਵਨ ਪਾਣੀ ਵਿੱਚ ਜੀਵਿਆ ਸੀ। ਉਹਨਾਂ ਨੇ ਕਦੀ ਨਹੀਂ ਦੇਖਿਆ ਸੀ, ਨਾ ਹੀ ਉਹਨਾਂ ਨੇ ਛੂਇਆ ਸੀ ਅਤੇ ਨਾ ਹੀ ਉਹਨਾਂ ਨੂੰ ਇਸ ਤਰ੍ਹਾਂ ਦੀ ਦੁਨੀਆ ਮਹਿਸੂਸ ਹੋਈ ਸੀ। ਇਹ ਕਲਪਨਾ ਕਰਨਾ ਮੁਸ਼ਕਿਲ ਸੀ ਜੋ ਡੱਡੂ ਨੇ ਵਰਣਨ ਕੀਤਾ ਹੈ ਅਤੇ ਨਾ ਹੀ ਉਸ ਦੇ ਸ਼ਬਦਾਂ ਦੀ ਪੁਸ਼ਟੀ ਕਰਨ ਦਾ ਕੋਈ ਤਰੀਕਾ ਸੀ। ਮੈਂ ਇਹ ਵਿਸ਼ਵਾਸ ਨਹੀਂ ਕਰ ਸਕਦਾ। ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ। ਫਿਰ ਡੱਡੂ ਕੁਝ ਹੋਰ ਵੀ ਸਮਝ ਤੋਂ ਬਾਹਰ ਗੱਲ ਕਰਨ ਲੱਗਾ। ਜਦ ਤੁਸੀਂ ਵੱਡੇ ਹੋ ਜਾਓਗੇ ਤੁਸੀਂ ਪਾਣੀ ਤੋਂ ਬਾਹਰ ਆ ਜਾਓਗੇ ਅਤੇ ਤਬਦੀਲ ਹੋ ਜਾਓਗੇ। ਤੁਹਾਡੇ ਕੋਲ ਇੱਕ ਲੰਬਾ ਅਤੇ ਪਤਲਾ ਸਰੀਰ ਹੋਵੇਗਾ ਅਤੇ ਤੁਹਾਡੇ ਪਾਰਦਰਸ਼ੀ ਖੰਭ ਉਭਰਨਗੇ। ਇਸ ਦੇ ਉਲਟ ਤੁਹਾਡੀਆਂ ਦੋ ਵੱਡੀਆਂ ਮਿਸ਼ਰਿਤ ਅੱਖਾਂ ਹੋਣਗੀਆਂ। ਆਪਣੇ ਪਾਰਦਰਸ਼ੀ ਖੰਭਾਂ ਨੂੰ ਫੜਫੜਾਉਂਦੇ ਹੋਏ ਤੁਸੀਂ ਤੁਰੰਤ ਤਲਾਅ ਦੇ ਇੱਕ ਬੰਨੇ ਤੋਂ ਦੂਸਰੇ ਬੰਨੇ ਤੱਕ ਉੱਡੋਗੇ। ਉਸ ਦੇ ਨਾਲ ਤੁਲਨਾ ਕਰਦੇ ਹੋਏ ਜੋ ਬਾਹਰ ਹੈ, ਇਹ ਤਲਾਅ ਜਿੱਥੇ ਹੁਣ ਤੁਸੀਂ ਰਹਿੰਦੇ ਹੋ ਛੋਟਾ ਦਿਖਾਈ ਦੇਵੇਗਾ। ਡੱਡੂ ਨੇ ਇਹ ਸਭ ਕੁਝ ਸਮਝਾਇਆ ਕਿਉਂਕਿ ਉਸਨੇ ਸਭ ਕੁਝ ਦੇਖਿਆ ਸੀ। ਹਾਲਾਂਕਿ ਡਰੈਗਨ ਫਲਾਈ ਦੇ ਲਾਰਵਾ ਨੂੰ ਇਸ ਤੇ ਵਿਸ਼ਵਾਸ ਕਰ ਪਾਉਣਾ ਮੁਸ਼ਕਿਲ ਹੋ ਰਿਹਾ ਸੀ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਅਸੀਂ ਇੰਨੇ ਪ੍ਰਭਾਵਸ਼ਾਲੀ ਦਿਖਦੇ ਹਾਂ। ਅਸੀਂ ਇੰਨਾ ਪ੍ਰਭਾਵਸ਼ਾਲੀ ਦੇਹ ਤੋਂ ਹੈਰਾਨੀਜਨਕ ਦੇਹ ਵਿੱਚ ਕਿਵੇਂ ਬਦਲ ਸਕਦੇ ਹਾਂ? ਇਸ ਲਈ ਡੱਡੂ ਦੇ ਚਲੇ ਜਾਣ ਦੇ ਬਾਅਦ ਡਰੈਗਨ ਫਲਾਈ ਦੇ ਲਾਰਵੇ ਇਕੱਠੇ ਹੁੰਦੇ ਹਨ ਅਤੇ ਉਹਨਾਂ ਨੇ ਜੋ ਸੁਣਿਆ ਉਸ ਦੇ ਬਾਰੇ ਚਰਚਾ ਕਰਨ ਦੇ ਲਈ ਇੱਕ ਸਭਾ ਰੱਖਦੇ ਹਨ ਕਿ ਡੱਡੂ ਨੇ ਜੋ ਕਿਹਾ ਉਹ ਸੱਚ ਹੋ ਸਕਦਾ ਹੈ ਜਾਂ ਇਹ ਝੂਠ ਹੈ।
ਇਸ ਮਾਮਲੇ ਨੂੰ ਲੈ ਕੇ ਉਸ ਦੀ ਲੰਬੀ ਬਹਿਸ ਹੋਈ। ਤਦ ਇੱਕ ਲਾਰਵੇ ਨੇ ਸੁਝਾਅ ਦਿੱਤਾ, ਆਓ ਬਹਿਸ ਕਰਨਾ ਬੰਦ ਕਰੀਏ। ਡੱਡੂ ਕਹਿੰਦਾ ਹੈ ਕਿ ਜਦ ਅਸੀਂ ਵੱਡੇ ਬਣ ਜਾਂਦੇ ਹਾਂ ਤਦ ਅਸੀਂ ਪਾਣੀ ਤੋਂ ਬਾਹਰ ਚਲੇ ਜਾਂਦੇ ਹਾਂ। ਇਸ ਲਈ ਇਹ ਕਿਵੇਂ ਰਹੇਗਾ ਕਿ ਜੋ ਕੋਈ ਪਹਿਲੇ ਵੱਡੀ ਡਰੈਗਨਫਲਾਈ ਬਣ ਜਾਵੇਗਾ ਤਦ ਉਹ ਇੱਥੇ ਵਾਪਸ ਆ ਕੇ ਬਾਕੀ ਲਾਰਵੇ ਨੂੰ ਤਲਾਅ ਦੇ ਬਾਹਰ ਦੀ ਦੁਨੀਆ ਦੇ ਬਾਰੇ ਵਿੱਚ ਦੱਸੇਗਾ ਕਿ ਅਸਲ ਵਿੱਚ ਬਾਹਰ ਦੀ ਦੁਨੀਆ ਉਸੇ ਤਰ੍ਹਾਂ ਦੀ ਹੈ ਜਿਵੇਂ ਡੱਡੂ ਨੇ ਦੱਸੀ ਸੀ। ਇੱਕ ਵਾਰ ਇਹ ਪੁਸ਼ਟੀ ਹੋ ਜਾਣ ਦੇ ਬਾਅਦ ਕਿ ਇਸ ਤਰ੍ਹਾਂ ਦੀ ਦੁਨੀਆ ਅਸਲ ਵਿੱਚ ਮੌਜੂਦ ਹੈ ਤਦ ਅਸੀਂ ਇਸ ਤੇ ਵਿਸ਼ਵਾਸ ਕਰ ਸਕਦੇ ਹਾਂ, ਹੈ ਨਾ? ਸਾਰੇ ਉਸ ਦੇ ਸੁਝਾਅ ਨਾਲ ਸਹਿਮਤ ਸੀ ਅਤੇ ਸਭਾ ਨੂੰ ਖਤਮ ਕੀਤਾ। ਫਿਰ ਇੱਕ ਦਿਨ ਇੱਕ ਲਾਰਵੇ ਦਾ ਤਲਾਅ ਛੱਡਣ ਦਾ ਸਮਾਂ ਸੀ। ਆਖਿਰਕਾਰ ਉਹ ਪਾਣੀ ਤੋਂ ਚਲਿਆ ਗਿਆ। ਉਸਨੇ ਅਸਲ ਵਿੱਚ ਚਮੜੀ ਛੱਡਣਾ ਸ਼ੁਰੂ ਕਰ ਦਿੱਤਾ ਅਤੇ ਉਸ ਦਾ ਸਰੀਰ ਲਾਰਵੇ ਦੀ ਦੇਹ ਤੋਂ ਇੱਕ ਡਰੈਗਨਫਲਾਈ ਦੀ ਸੁੰਦਰ ਦੇਹ ਵਿੱਚ ਬਦਲਣਾ ਸ਼ੁਰੂ ਹੋ ਗਿਆ। ਉਸ ਦਾ ਢਿੱਡ ਲੰਬਾ ਅਤੇ ਪਤਲਾ ਹੋ ਗਿਆ। ਉਸ ਦੇ ਪਾਰਦਰਸ਼ੀ ਖੰਭ ਉਸ ਦੀ ਪਿੱਠ ਤੋਂ ਬਾਹਰ ਆ ਗਏ। ਉਸ ਦੀਆਂ ਬਦਸੂਰਤ ਅੱਖਾਂ ਜੋ ਹੁਣ ਤੱਕ ਅਦ੍ਰਿਸ਼ ਲੱਗ ਰਹੀਆਂ ਸੀ ਬਹੁਤ ਵੱਡੀਆਂ ਅਤੇ ਗੋਲ ਹੋ ਗਈਆਂ। ਉਹ ਪਾਣੀ ਵਿੱਚ ਝਲਕ ਆਪਣੇ ਖੁਦ ਦੇ ਰੂਪ ਨੂੰ ਦੇਖ ਕੇ ਬਹੁਤ ਹੈਰਾਨ ਸੀ ਅਤੇ ਆਪਣੇ ਖੰਭਾਂ ਨੂੰ ਫੜਫੜਾਉਣ ਦੇ ਦੁਆਰਾ ਉਹ ਤਲਾਅ ਦੇ ਇੱਕ ਬੰਨੇ ਤੋਂ ਦੂਸਰੇ ਬੰਨੇ ਤੱਕ ਆਸਾਨੀ ਨਾਲ ਉੱਡ ਸਕਦਾ ਸੀ। ਇਸ ਨਾਲ ਉਹ ਸੋਚਣ ਲੱਗਾ ਕਿ ਮੈਂ ਸੱਚਮੁੱਚ ਪਹਿਲੇ ਇੰਨੇ ਛੋਟੇ ਤਲਾਅ ਵਿੱਚ ਰਹਿੰਦਾ ਸੀ। ਉਹ ਇਸ ਤੱਥ ਤੋਂ ਬਹੁਤ ਹੈਰਾਨ ਸੀ ਕਿ ਉਸ ਦਾ ਜਲ ਰਹਿਤ ਸਰੀਰ ਜੋ ਪਾਣੀ ਦੇ ਥੱਲੇ ਰਹਿੰਦਾ ਸੀ ਹੁਣ ਆਜ਼ਾਦ ਰੂਪ ਨਾਲ ਆਕਾਸ਼ ਵਿੱਚ ਘੁੰਮ ਸਕਦਾ ਹੈ। ਉਹ ਇਸ ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ। ਸਭ ਕੁਝ ਜੋ ਡੱਡੂ ਨੇ ਮੁਲਾਕਾਤ ਦੇ ਦੌਰਾਨ ਉਹਨਾਂ ਨੂੰ ਦੱਸਿਆ ਸੀ ਸੱਚ ਹੋ ਗਿਆ। ਸਾਰੇ ਲਾਰਵਿਆਂ ਦੀ ਚਰਚਾ ਨੂੰ ਯਾਦ ਕਰਦੇ ਹੋਏ ਉਸਨੇ ਸੋਚਿਆ, ਮੈਨੂੰ ਇੱਕ ਵਾਰ ਤਲਾਅ ਵਿੱਚ ਵਾਪਸ ਜਾਣਾ ਚਾਹੀਦਾ ਹੈ ਅਤੇ ਆਪਣੇ ਦੋਸਤਾਂ ਨੂੰ ਦੱਸਣਾ ਚਾਹੀਦਾ ਹੈ ਕਿ ਪਾਣੀ ਦੇ ਬਾਹਰ ਦੀ ਦੁਨੀਆ ਵਿੱਚ ਸੁੰਦਰ ਫੁੱਲ, ਮਧੂਮੱਖੀਆਂ, ਤਿਤਲੀਆਂ ਅਤੇ ਬਸੰਤ ਦੀ ਹਵਾ ਜੋ ਫੁੱਲਾਂ ਦੀ ਮਿੱਠੀ ਖੁਸ਼ਬੂ ਲੈਂਦੀਆਂ ਹਨ ਅਸਲ ਵਿੱਚ ਹੁੰਦੀਆਂ ਹਨ। ਇਸ ਲਈ ਉਸਨੇ ਪਾਣੀ ਦੇ ਅੰਦਰ ਫਿਰ ਤੋਂ ਜਾਣ ਦੀ ਕੋਸ਼ਿਸ਼ ਕੀਤੀ। ਪਰ ਭਾਵੇਂ ਹੀ ਉਸਨੇ ਕਿੰਨੀ ਵੀ ਕੋਸ਼ਿਸ਼ ਕੀਤੀ ਇਹ ਅਸੰਭਵ ਸੀ ਕਿਉਂਕਿ ਉਸਦੀ ਦੇਹ ਇਸ ਤਰ੍ਹਾਂ ਦੇ ਰੂਪ ਵਿੱਚ ਬਦਲ ਗਈ ਸੀ ਜੋ ਹੁਣ ਪਾਣੀ ਦੇ ਅੰਦਰ ਨਹੀਂ ਰਹਿ ਸਕਦੀ ਸੀ। ਇਸ ਦੇ ਵਿੱਚ ਤਲਾਅ ਦੇ ਡਰੈਗਨਫਲਾਈ ਦੇ ਲਾਰਵੇ ਇਕੱਠੇ ਹੋਏ ਅਤੇ ਇੱਕ ਹੋਰ ਸਭਾ ਰੱਖੀ। ਕਈ ਮਹੀਨੇ ਬੀਤ ਚੁੱਕੇ ਹਨ ਜਦੋਂ ਉਹ ਪਾਣੀ ਤੋਂ ਚਲਿਆ ਗਿਆ ਹੈ ਅਤੇ ਉਹ ਵਾਪਸ ਨਹੀਂ ਆਇਆ। ਤਦ ਇਹ ਇਸ ਗੱਲ ਦਾ ਸਬੂਤ ਹੈ ਕਿ ਡੱਡੂ ਨੇ ਜੋ ਕਿਹਾ ਸੀ ਉਹ ਅਸਲ ਵਿੱਚ ਸਭ ਝੂਠ ਸੀ। ਜੇ ਡੱਡੂ ਨੇ ਜੋ ਕਿਹਾ ਸੀ ਉਹ ਸੱਚ ਸੀ ਤਦ ਸਾਡਾ ਦੋਸਤ ਨਿਸ਼ਚਿਤ ਰੂਪ ਨਾਲ ਵਾਪਸ ਆਉਂਦਾ ਅਤੇ ਸਾਨੂੰ ਦੱਸਦਾ ਕਿ ਇਹ ਸੱਚ ਸੀ ਪਰ ਉਹ ਵਾਪਸ ਨਹੀਂ ਆਇਆ। ਇਸ ਲਈ ਇਸ ਤਰ੍ਹਾਂ ਦੀ ਦੁਨੀਆ ਦੀ ਮੌਜੂਦਗੀ ਨਹੀਂ ਹੈ। ਇਹ ਉਹਨਾਂ ਦਾ ਸਿੱਟਾ ਸੀ। ਫਿਰ ਵੱਡੀ ਸਮਝ ਵਾਲੇ ਡਰੈਗਨਫਲਾਈ ਦੇ ਲਾਰਵੇ ਨੇ ਆਪਣੇ ਸ਼ਬਦਕੋਸ਼ ਵਿੱਚ ਇੱਕ ਵਾਕ ਜੋੜਿਆ, ਡੱਡੂ ਨੇ ਜੋ ਕਿਹਾ ਸੀ ਉਹ ਸਭ ਝੂਠ ਸੀ। ਇਹ ਇੱਕ ਮਜ਼ੇਦਾਰ ਕਹਾਣੀ ਦੀ ਤਰ੍ਹਾਂ ਲੱਗ ਸਕਦਾ ਹੈ ਪਰ ਅਸੀਂ ਮਨੁੱਖ ਜਾਤੀ ਜੋ ਇਸ ਛੋਟੇ ਗ੍ਰਹਿ ਧਰਤੀ ਤੇ ਸੀਮਿਤ ਹਾਂ ਡਰੈਗਨਫਲਾਈ ਦੇ ਲਾਰਵੇ ਦੇ ਵਾਂਗ ਹਾਂ ਜੋ ਇੱਕ ਤਲਾਅ ਵਿੱਚ ਸੀਮਤ ਹੈ। ਲੋਕ ਸੋਚਦੇ ਹਨ ਕਿ ਉਹ ਜੋ ਹੁਣ ਸਰੀਰਕ ਜੀਵਨ ਜੀ ਰਹੇ ਹਨ ਉਹੀ ਸਭ ਕੁਝ ਹੈ। ਇੱਕ ਵਾਰ ਜਦੋਂ ਅਸੀਂ ਤਬਦੀਲ ਹੋ ਜਾਵਾਂਗੇ ਤਦ ਅਸੀਂ ਆਤਮਿਕ ਦੇਹ ਵਿੱਚ ਰਹਿਣ ਵਿੱਚ ਕਾਬਲ ਹੋਵਾਂਗੇ ਜੋ ਦਿਖਣ ਵਿੱਚ ਹੈਰਾਨੀਜਨਕ ਹੈ। ਪਰਮੇਸ਼ਵਰ ਇਸ ਧਰਤੀ ਉੱਤੇ ਕਿਉਂ ਆਏ? ਇਸ ਦਾ ਕਾਰਨ ਸਾਨੂੰ ਇਹੀ ਗੱਲ ਨੂੰ ਸਮਝਾਉਣ ਦੇਣਾ ਸੀ। ਉਹ ਸਾਡੀ ਜਗ੍ਹਾ ਸਾਡੇ ਪਾਪਾਂ ਦੇ ਲਈ ਸਲੀਬ ਉੱਤੇ ਮਰ ਗਏ ਅਤੇ ਸਲੀਬ ਉੱਤੇ ਚੜ੍ਹਨ ਦੇ ਬਾਅਦ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇ ਸੀ ਅਤੇ ਸਾਨੂੰ ਜਾਣਨ ਦਿੱਤਾ ਕਿ ਸਾਡਾ ਜੀਵਨ ਸਾਡੀ ਸਰੀਰਕ ਦੇਹ ਦੇ ਮਰਨ ਦੇ ਬਾਅਦ ਵੀ ਖਤਮ ਨਹੀਂ ਹੁੰਦਾ। ਨਿਸ਼ਚਿਤ ਰੂਪ ਨਾਲ ਉਹ ਸਮਾਂ ਹੋਵੇਗਾ ਜਦ ਸਾਨੂੰ ਮੌਤ ਤੋਂ ਜਿਉਂਦਾ ਕੀਤਾ ਜਾਵੇਗਾ। ਇਹੀ ਕਾਰਨ ਹੈ ਕਿ ਇਹ ਬਾਈਬਲ ਵਿੱਚ ਲਿਖਿਆ ਹੈ, ਕੁਦਰਤੀ ਸਰੀਰ ਬੀਜਿਆ ਜਾਂਦਾ ਹੈ ਅਤੇ ਆਤਮਿਕ ਸਰੀਰ ਜੀ ਉੱਠਦਾ ਹੈ। ਪਰਮੇਸ਼ਵਰ ਨੇ ਸਵਰਗੀ ਦੇਹ ਅਤੇ ਧਰਤੀ ਦੀ ਦੇਹ ਦੀ ਤੁਲਨਾ ਕੀਤੀ ਹੈ। ਸਾਰੇ ਕੁਝ ਲੋਕ ਦਾਅਵਾ ਕਰਦੇ ਹਨ ਕਿ ਜੀ ਉੱਠਣਾ ਅਤੇ ਬਦਲਣਾ ਜੋ ਈਸਾਈ ਧਰਮ ਵਿੱਚ ਦੱਸਿਆ ਜਾਂਦਾ ਹੈ ਸਿਰਫ ਇੱਕ ਪਰੀਆਂ ਦੀ ਕਹਾਣੀ ਵਾਂਗ ਨਹੀਂ ਹੈ। ਨਹੀਂ, ਇਹ ਇੱਕ ਪਰੀਆਂ ਦੀ ਕਹਾਣੀ ਨਹੀਂ ਹੈ। ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਅਤੇ ਉਸ ਵਿੱਚ ਸਭ ਕੁਝ ਬਣਾਇਆ ਅਤੇ ਉਹ ਬ੍ਰਹਿਮੰਡ ਨੂੰ ਕੰਟਰੋਲ ਕਰਦੇ ਹਨ। ਸਾਨੂੰ ਇਸ ਸਭ ਤੇ ਸੰਪੂਰਨ ਵਿਸ਼ਵਾਸ ਕਰਨਾ ਚਾਹੀਦਾ ਹੈ। ਇੱਥੋਂ ਤੱਕ ਕਿ ਸਾਡੇ ਚਾਰੇ ਪਾਸੇ ਕੁਦਰਤ ਦੇ ਮਾਧਿਅਮ ਨਾਲ ਜੋ ਪਰਮੇਸ਼ਵਰ ਦੀ ਬਣਾਈ ਹੈ ਉਹ ਸਾਨੂੰ ਸਪਸ਼ਟ ਰੂਪ ਨਾਲ ਜਾਣਨ ਦਿੰਦੇ ਹਨ ਕਿ ਉਹ ਸਵਰਗੀ ਦੁਨੀਆ ਜਿੱਥੇ ਅਸੀਂ ਜਾਵਾਂਗੇ ਨਿਸ਼ਚਿਤ ਰੂਪ ਨਾਲ ਮੌਜੂਦ ਹੈ। ਹਾਲਾਂਕਿ ਮਨੁੱਖ ਇਸ ਨੂੰ ਮਾਪਣ ਵਿੱਚ ਅਸਮਰਥ ਹੈ ਅਤੇ ਇਸ ਤਰ੍ਹਾਂ ਜੀਵਨ ਜਿਉਂਦੇ ਹਨ ਮੰਨੋ ਧਰਤੀ ਤੇ ਹੀ ਉਹਨਾਂ ਦਾ ਜੀਵਨ ਸਭ ਕੁਝ ਹੈ।
ਕਿਰਪਾ ਕਰਕੇ ਇਸ ਜੀ ਉੱਠਣ ਦੇ ਦਿਨ ਦੇ ਮਾਧਿਅਮ ਨਾਲ ਜੋ ਅਸੀਂ ਅੱਜ ਮਨਾ ਰਹੇ ਹਾਂ, ਆਪਣੀ ਮਾਨਸਿਕਤਾ ਨੂੰ ਬਦਲੀਏ ਅਤੇ ਆਓ ਅਸੀਂ ਵਿਸ਼ਵਾਸ ਕਰੀਏ ਕਿ ਅਸੀਂ ਨਿਸ਼ਚਿਤ ਹੀ ਸਵਰਗੀ ਦੁਨੀਆ ਵਿੱਚ ਪ੍ਰਵੇਸ਼ ਕਰਾਂਗੇ ਅਤੇ ਉਸ ਵਾਅਦੇ ਤੇ ਵਿਸ਼ਵਾਸ ਕਰੀਏ ਕਿ ਅਸੀਂ ਸਵਰਗ ਵਿੱਚ ਪਰਮੇਸ਼ਵਰ ਦੇ ਦੁਆਰਾ ਦਿੱਤੇ ਗਏ ਸਦੀਪਕ ਜੀਵਨ ਅਤੇ ਆਸ਼ੀਸ਼ਾਂ ਦਾ ਆਨੰਦ ਲਵਾਂਗੇ। ਇਸ ਤਰ੍ਹਾਂ ਮੈਂ ਆਸ ਕਰਦਾ ਹਾਂ ਕਿ ਸਿਓਨ ਦੇ ਸਾਰੇ ਭਰਾ ਅਤੇ ਭੈਣਾਂ ਸਵਰਗੀ ਪਿਤਾ ਅਤੇ ਮਾਤਾ ਜੀ ਦੀ ਇੱਛਾ ਅਨੁਸਾਰ ਸਵਰਗ ਵਿੱਚ ਸ਼ਾਹੀ ਯਾਜਕ ਬਣਨਗੇ ਅਤੇ ਸਦੀਪਕ ਜੀਵਨ ਅਤੇ ਆਸ਼ੀਸ਼ਾਂ ਨੂੰ ਪ੍ਰਾਪਤ ਕਰਨਗੇ। ਜਿਸ ਸਮੇਂ ਹਰ ਕੋਈ ਤਬਦੀਲ ਹੋਵੇਗਾ, ਅਸੀਂ ਸਾਰੇ ਮਹਿਸੂਸ ਕਰਾਂਗੇ ਕਿ ਬਾਈਬਲ ਦੇ ਵਚਨ ਸੱਚ ਹਨ। ਇਸ ਧਰਤੀ ਤੇ ਵੀ ਜਿੱਥੇ ਅਸੀਂ ਜੀ ਰਹੇ ਹਾਂ, ਅਸੀਂ ਜਿਉਂਦੇ ਪ੍ਰਾਣੀਆਂ ਨੂੰ ਤਬਦੀਲ ਹੁੰਦੇ ਦੇਖ ਸਕਦੇ ਹਾਂ। ਤਦ ਅਸੀਂ ਇਹ ਕਿਉਂ ਵਿਸ਼ਵਾਸ ਨਹੀਂ ਕਰ ਸਕਦੇ ਕਿ ਸਾਡੀ ਸਰੀਰਿਕ ਦੇਹ ਆਤਮਿਕ ਦੇਹ ਵਿੱਚ ਬਦਲ ਜਾਵੇਗੀ? ਕਿ ਸਾਨੂੰ ਇਹ ਵਿਸ਼ਵਾਸ ਨਹੀਂ ਕਰਨਾ ਚਾਹੀਦਾ? ਇਹਨਾਂ ਸਭ ਤੋਂ ਪਹਿਲੇ ਪਰਮੇਸ਼ਵਰ ਲੰਘੇ ਅਤੇ ਪਰਮੇਸ਼ਵਰ ਨੇ ਖੁਦ ਆਪਣੀਆਂ ਸੰਤਾਨਾਂ ਨੂੰ ਜਾਣਨ ਦਿੱਤਾ ਕਿ ਇਸ ਤਰ੍ਹਾਂ ਦੀ ਦੁਨੀਆ ਮੌਜੂਦ ਹੈ। ਸਾਨੂੰ ਇਸ ਦੇ ਬਾਰੇ ਵਿੱਚ ਸਿਖਾਉਣ ਦੇ ਲਈ ਪਰਮੇਸ਼ਵਰ ਸਰੀਰ ਵਿੱਚ ਇਸ ਧਰਤੀ ਤੇ ਆਏ, ਆਤਮਿਕ ਦੇਹ ਵਿੱਚ ਤਬਦੀਲ ਹੋਏ ਅਤੇ ਸਵਰਗ ਵਿੱਚ ਵਾਪਸ ਗਏ, ਹੈ ਨਾ? ਅੱਜ ਮੈਂ ਤੁਹਾਡੇ ਤੋਂ ਜੀ ਉੱਠਣ ਅਤੇ ਬਦਲਣ ਦੇ ਲਈ ਜਿਉਂਦੀ ਆਸ ਰੱਖਣ ਦੇ ਲਈ ਅਤੇ ਵਿਸ਼ਵਾਸ ਦੇ ਰਾਹ ਤੇ ਜਦ ਤੱਕ ਅਸੀਂ ਸਵਰਗ ਵਿੱਚ ਪ੍ਰਵੇਸ਼ ਨਾ ਕਰ ਲਈਏ ਤਦ ਤੱਕ ਜੋਸ਼ ਦੇ ਨਾਲ ਚੱਲਣ ਲਈ ਕਹਿਣਾ ਚਾਹੁੰਦਾ ਹਾਂ। ਪਰਮੇਸ਼ਵਰ ਨੇ ਕਿਹਾ ਕਿ ਅਸੀਂ ਇਹਨਾਂ ਸਭ ਚੀਜ਼ਾਂ ਦਾ ਤਜਰਬਾ ਕਰਾਂਗੇ ਜਦ ਇਹ ਖੁਸ਼ਖਬਰੀ ਸਾਮਰੀਆ ਅਤੇ ਧਰਤੀ ਦੇ ਬੰਨੇ ਤੱਕ ਪ੍ਰਚਾਰ ਕੀਤੀ ਜਾਵੇਗੀ। ਇਸ ਲਈ ਆਓ ਅਸੀਂ ਯਤਨ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰੀਏ ਜੋ ਪਰਮੇਸ਼ਵਰ ਨੇ ਸਾਨੂੰ ਸੌਂਪਿਆ ਹੈ। ਮੈਂ ਸਿਓਨ ਦੇ ਮੈਂਬਰਾਂ ਨੂੰ ਕਈ ਆਤਮਾਵਾਂ ਨੂੰ ਪ੍ਰਚਾਰ ਕਰਨ ਅਤੇ ਉਹਨਾਂ ਨੂੰ ਬਚਾਉਣ ਦੇ ਲਈ ਮਹਾਨ ਕੋਸ਼ਿਸ਼ ਕਰਨ ਦੇ ਲਈ ਕਹਿਣਾ ਚਾਹੁੰਦਾ ਹਾਂ, ਜੋ ਵਡਿਆਈਯੋਗ ਸਵਰਗੀ ਦੁਨੀਆ ਸਵਰਗ ਨੂੰ ਜਾਣੇ ਬਿਨਾਂ ਇਸ ਧਰਤੀ ਤੇ ਜੀਵਨ ਜੀ ਰਹੀਆਂ ਹਨ। ਇਸ ਦੇ ਦੁਆਰਾ ਮੈਂ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।